ਪਿਛਲੇ 6000 ਸਾਲਾਂ ਤੋਂ ਆਯੁਰਵੇਦਾ ਦਾ ਯੂਜ਼ ਹੋ ਰਿਹਾ ਇਸ ਦੁਨੀਆ ਦੇ ਵਿੱਚ, ਸਪੈਸ਼ਲੀ ਭਾਰਤ ਦੇ ਵਿੱਚ। ਆਯੁਰਵੇਦਾ ਬੇਸਿਕਲੀ ਵੇ ਆਫ ਲਿਵਿੰਗ ਹੈ। ਆਯੂ ਇਜ਼ ਮਤਲਬ ਏਜ ਤੇ ਵੇਦਾ ਮੀਨ ਜਿਹੜਾ ਗ੍ਰੰਥ ਜਿਹਦੇ ਵਿੱਚ ਆਯੁਰਵੇਦਾ ਨੂੰ ਆਯੂ ਨੂੰ ਵਧਾਉਣ ਲਈ ਜਿਹੜਾ ਸਾਰੇ ਦੇ ਉਪਾਅ ਦੱਸੇ ਗਏ ਨੇ। ਪਰ ਯਾਰ ਕੰਮ ਕਰਨਾ ਪੈਣਾ, ਕੋਈ ਨਾ ਕੋਈ ਹੋਰ ਇਸ ਤਰ੍ਹਾਂ ਨਹੀਂ ਗੱਲ ਬਣਨੀ। ਉਸ ਐਸੋਸੀਏਸ਼ਨ ਨੂੰ ਜਿਹਨੂੰ ਲੱਭਣ ਲਈ ਮੈਨੂੰ 2-2.5 ਸਾਲ ਲੱਗ ਗਏ, ਜਿਹ 'ਚ ਐਂਟਰ ਹੋਣ ਲਈ। ਅੱਜ ਮੈਂ ਉਸ ਐਸੋਸੀਏਸ਼ਨ ਨੂੰ ਬੜੇ ਫਖਰ ਦੀ ਗੱਲ ਹੈ ਕਿ ਪੰਜਾਬੀ ਹੋਣ ਦੇ ਨਾਤੇ ਮੈਂ ਉਸ ਐਸੋਸੀਏਸ਼ਨ ਨੂੰ ਲੀਡ ਕਰ ਰਿਹਾ। ਮੈਂ ਉਹਦਾ ਪ੍ਰੈਜ਼ੀਡੈਂਟ ਹਾਂ ਪਿਛਲੇ 1 ਸਾਲ ਤੋਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਗੁਰਪ੍ਰੀਤ ਬਰਾੜ। ਦ ਅਨਮਿਊਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਜਿਸ ਚੀਜ਼ ਦੀ ਗੱਲ ਕਰਾਂਗੇ ਉਹ ਆਲਰੇਡੀ ਇਸ ਦੁਨੀਆ ਦੇ ਵਿੱਚ ਪਿਛਲੇ 6000 ਸਾਲਾਂ ਤੋਂ ਹੈ, ਪਰ ਉਹਦੀ ਇੰਪੋਰਟੈਂਸ ਜਿਹੜੀ ਹੈ ਉਹ ਹੁਣ ਆ ਕੇ ਲੋਕਾਂ ਵਿੱਚ ਹੋਰ ਜ਼ਿਆਦਾ ਵੱਧ ਰਹੀ ਹੈ। ਪਿਛਲੇ 6000 ਸਾਲਾਂ ਤੋਂ ਆਯੁਰਵੇਦਾ ਦਾ ਯੂਜ਼ ਹੋ ਰਿਹਾ ਇਸ ਦੁਨੀਆ ਦੇ ਵਿੱਚ, ਸਪੈਸ਼ਲੀ ਭਾਰਤ ਦੇ ਵਿੱਚ, ਜਿੱਥੇ ਪਿਛਲੇ ਸਮਿਆਂ ਦੇ ਵਿੱਚ ਲੋਕਾਂ ਦੀ ਜਿਹੜੀ ਉਮਰ ਸੀ ਉਹ 100 ਸਾਲ ਤੋਂ ਵੀ ਵੱਧ ਹੁੰਦੀ ਸੀ, ਜਦੋਂ ਕਿ ਐਲੋਪੈਥਿਕ ਮੈਡੀਸਿਨ ਬਿਲਕੁਲ ਵੀ ਐਗਜ਼ਿਸਟ ਨਹੀਂ ਕਰਦੀ ਸੀ। ਤੇ ਅੱਜ ਇਸੇ ਆਯੁਰਵੇਦਿਕ ਇਸੇ ਟੌਪਿਕ ਤੇ ਅਸੀਂ ਗੱਲ ਕਰਾਂਗੇ ਸਿਡਨੀ ਦੇ ਇੱਕ ਬਹੁਤ ਹੀ ਮਸ਼ਹੂਰ ਆਯੁਰਵੇਦਿਕ ਡਾਕਟਰ ਨਵੀਨ ਸ਼ੁਕਲਾ, ਨੇਚਰ ਕੇਅਰ ਆਯੁਰਵੇਦਾ ਤੋਂ ਡਾਕਟਰ ਆਏ ਨੇ, ਸਾਡੇ ਨਾਲ ਜੁੜੇ ਹੋਏ ਨੇ, ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਆਯੁਰਵੇਦਾ ਮੈਡੀਸਿਨ ਬਾਰੇ ਹੋਰ ਵੀ ਬਹੁਤ ਸਾਰੀ ਜਾਣਕਾਰੀ। ਡਾਕਟਰ ਨਵੀਨ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦ ਅਨਮਿਊਟ ਚੈਨਲ ਤੇ। ਧੰਨਵਾਦ ਜੀ, ਥੈਂਕ ਯੂ ਗੁਰਪ੍ਰੀਤ ਜੀ, ਥੈਂਕ ਯੂ ਵੈਰੀ ਮੱਚ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਆਯੁਰਵੇਦਾ 6000 ਸਾਲ ਪੁਰਾਣੀ ਪद्धਤੀ ਹੈ। ਇਹ ਆਯੁਰਵੇਦਾ ਬੇਸਿਕਲੀ ਵੇ ਆਫ ਲਿਵਿੰਗ ਹੈ। ਆਯੂ ਇਜ਼ ਮਤਲਬ ਏਜ ਤੇ ਵੇਦਾ ਮੀਨ ਜਿਹੜਾ ਗ੍ਰੰਥ ਜਿਹਦੇ ਵਿੱਚ ਆਯੁਰਵੇਦਾ ਨੂੰ ਆਯੂ ਨੂੰ ਵਧਾਉਣ ਲਈ ਜਿਹੜਾ ਸਾਰੇ ਦੇ ਉਪਾਅ ਦੱਸੇ ਗਏ ਨੇ। ਇਸ ਕਰਕੇ ਇਹ ਆਯੁਰਵੇਦਾ ਸ਼ੁਰੂ ਤੋਂ ਹੀ ਆਪਾਂ ਆਯੁਰਵੇਦਾ ਘਰ ਦੇ ਵਿੱਚ ਯੂਜ਼ ਕਰਦੇ ਹਾਂ। ਆਪਾਂ ਜੋ ਕੁਝ ਖਾਂਦੇ ਪੀਂਦੇ ਹਾਂ, ਸਾਡੇ ਮਸਾਲੇ ਸਭ ਕੁਝ ਸਾਡੇ ਰਿਸ਼ੀਆਂ ਮੁਨੀਆਂ ਨੇ, ਸਾਡੇ ਐਂਸੈਸਟਰਸ ਨੇ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕਰਕੇ ਉਹਦੇ ਬਾਰੇ ਸਾਨੂੰ ਦੱਸਿਆ ਕਿਹੜੀ ਚੀਜ਼, ਈਵਨ ਕਿ ਕੁਛ ਇੱਕ ਸਪਾਈਸਿਸ ਦੇ ਇਸ ਤਰ੍ਹਾਂ ਦੱਸਿਆ ਗਿਆ ਕਿੰਨੇ ਮਿੰਟ ਲਈ ਉਹਨੂੰ ਫਰਾਈ ਕਰਨਾ, ਕਦੋਂ ਫਰਾਈ ਕਰਨਾ, ਕਿਹਨੂੰ ਸਿਰਫ ਆਪਾਂ ਤਵੇ ਤੇ ਫਰਾਈ ਕਰਨਾ, ਕਿਹਨੂੰ ਆਇਲ 'ਚ ਫਰਾਈ ਕਰਨਾ। ਬੜੀਆਂ ਐਸੀਆਂ ਚੀਜ਼ਾਂ ਜਿਸ ਤਰ੍ਹਾਂ ਅੱਜ ਦੀ ਡੇਟ 'ਚ ਲੋਕੀ ਕਹਿੰਦੇ ਨੇ ਕਿ ਓਲੀਵ ਆਇਲ, ਪੀਪਲ ਆਰ ਫੈਨ ਆਫ ਓਲੀਵ ਆਇਲ, ਬਟ ਆਪਣੇ ਇੰਡੀਆ ਵਿੱਚ ਓਲੀਵ ਆਇਲ ਆਪਾਂ ਯੂਜ਼ ਕਰਦੇ ਸੀ ਜਸਟ ਓਨਲੀ ਮਸਾਜ ਲਈ। ਸਾਡੇ ਕੰਟੈਕਸਟ ਬਹੁਤ ਅੱਛੀ ਤਰ੍ਹਾਂ ਉਹਦਾ ਐਕਸਪਲੇਨੇਸ਼ਨ ਦਿੱਤੀ ਗਈ, ਪਰ ਕਿਤੇ ਵੀ ਓਲੀਵ ਆਇਲ ਦੀ ਕੁਕਿੰਗ ਨਹੀਂ ਦੱਸੀ ਗਈ, ਕਿਉਂਕਿ ਸਾਡੇ ਜੀਓਗ੍ਰਾਫੀਕਲ ਕੰਡੀਸ਼ਨ ਦੇ ਹਿਸਾਬ ਨਾਲ, ਸਾਡੇ ਜੀਨ ਦੇ ਹਿਸਾਬ ਨਾਲ ਉਹਦੀ ਜ਼ਰੂਰਤ ਨਹੀਂ ਸੀਗੀ। ਉਹ ਸਾਡੇ ਰਿਸ਼ੀਆਂ ਨੇ, ਮੁਨੀਆਂ ਨੇ ਇੰਨੇ ਸਾਲ ਪਹਿਲਾਂ ਜਾਂ ਸਾਡੇ ਐਂਸੈਸਟਰਸ ਨੇ ਬੜੇ ਵਧੀਆ ਤਰੀਕੇ ਨਾਲ ਸਾਰਾ ਕੁਝ ਰਿਸਰਚ ਕਰਕੇ ਉਹਨੂੰ ਡਾਕੂਮੈਂਟ ਕੀਤਾ, ਕੀ ਖਾਣਾ, ਕਦੋਂ ਖਾਣਾ। ਇਹ ਸਾਰੀ ਪੱਧਤੀ ਨੂੰ ਹੀ ਆਯੁਰਵੇਦਾ ਕਿਹਾ ਜਾਂਦਾ ਹੈ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਯੁਰਵੇਦਾ ਦਾ ਮਤਲਬ ਸਮਝਾਇਆ। ਡਾਕਟਰ ਸਾਹਿਬ, ਤੁਸੀਂ ਹੁਣ ਸਿਡਨੀ ਦੇ ਵਿੱਚ ਪ੍ਰੈਕਟਿਸ ਕਰ ਰਹੇ ਹੋ, ਤੇ ਮੇਰਾ ਅਗਲਾ ਸਵਾਲ ਇਹੀ ਸੀਗਾ, ਤੁਸੀਂ ਕਦੋਂ ਮਾਈਗ੍ਰੇਟ ਕੀਤਾ ਇੰਡੀਆ ਤੋਂ ਇੱਥੇ, ਤੇ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਸੀਗੀ ਤੁਸੀਂ ਇੰਡੀਆ ਤੋਂ ਕੀਤੀ ਆ, ਇੱਥੇ ਆ ਕੇ ਉਹਨੂੰ, ਜਿਵੇਂ ਇੱਥੇ ਕਹਿ ਦਿੰਦੇ ਆਪਾਂ ਡਿਗਰੀ ਅਸੈਸ ਕਰਾਉਣੇ, ਇੱਥੇ ਆ ਕੇ ਉਹਨੂੰ ਅਸੈਸ ਕਰਾਉਣਾ ਪਿਆ, ਜਾਂ ਇੱਥੇ ਆ ਕੇ ਤੁਹਾਨੂੰ ਕੁਛ ਹੋਰ ਵੀ ਡਿਗਰੀ ਜਾਂ ਕੁਛ ਹੋਰ ਪੜ੍ਹਾਈ ਕਰਨੀ ਪਈ? ਤੁਸੀਂ ਆਪਣੀ ਜਰਨੀ ਇੰਡੀਆ ਤੋਂ ਲੈ ਕੇ ਸਿਡਨੀ ਤੱਕ, ਉਹਦੇ ਬਾਰੇ ਸਾਨੂੰ ਕੁਛ ਦੱਸੋ। ਜੀ ਸ਼ੋਰ, ਬਹੁਤ ਵਧੀਆ ਕੁਐਸਚਨ ਹੈ, ਕਿਉਂਕਿ ਇਹ ਕੁਐਸਚਨ ਆਉਣ ਵਾਲੇ ਬਹੁਤ ਸਾਰੇ ਨਵੀਂ ਪੀੜ੍ਹੀ ਦੇ ਜਿਹੜੇ ਆਯੁਰਵੇਦਾ ਡਾਕਟਰਸ ਆਉਣਗੇ ਉਹਨਾਂ ਨੂੰ ਹੈਲਪ ਕਰੇਗਾ। ਮੈਂ ਅੱਜ ਤੋਂ ਕੋਈ 17 ਸਾਲ ਪਹਿਲਾਂ ਇੱਥੇ ਮਾਈਗ੍ਰੇਟ ਹੋਇਆ ਸੀ। ਮੇਰਾ ਬੇਟਾ ਉਦੋਂ ਸਿਰਫ 3 ਸਾਲ ਦਾ ਸੀਗਾ। ਜਦੋਂ ਮੈਂ ਇੱਥੇ ਮਾਈਗ੍ਰੇਟ ਹੋਇਆ ਤੇ ਆਯੁਰਵੈਦਿਕ ਰਿਸੋਰਸਿਸ ਬਹੁਤ ਘੱਟ ਸੀਗੇ ਆਯੁਰਵੈਦਿਕ ਮੈਡੀਸਨ ਦੇ। ਆਈ ਸਟਾਰਟਿਡ ਮਾਈ ਪ੍ਰੈਕਟਿਸ ਬਾਇੰਗ ਓਨਲੀ ਹਰਬਸ, ਜਿਹੜੀਆਂ ਆਪਣੇ ਘਰ 'ਚ ਯੂਜ਼ ਕਰਨ ਵਾਲੀਆਂ ਸਪਾਈਸਿਸ, ਉਹਨਾਂ ਨੂੰ ਮੈਂ ਐਜ਼ ਏ ਹਰਬਸ ਯੂਜ਼ ਕਰਕੇ ਆਪਣੇ ਕਲਾਇੰਟਸ ਨੂੰ ਦੇਣਾ ਸ਼ੁਰੂ ਕੀਤਾ। ਮੈਨੂੰ ਅੱਜ ਵੀ ਯਾਦ ਹੈ, ਮੇਰਾ ਦੋਸਤ ਜਿਹਦੇ ਕੋਲ ਮੈਂ ਆ ਕੇ ਪਹਿਲੇ ਦਿਨ ਠਹਿਰਿਆ ਸੀ, ਉਹ ਇੱਕ ਟਰਾਂਸਪੋਰਟਰ ਸੀ। ਮੈਨੂੰ ਕਹਿੰਦਾ ਕਿ ਡਾਕਟਰ ਯਾਰ ਕੰਮ ਕਰਨਾ ਪੈਣਾ, ਕੋਈ ਨਾ ਕੋਈ ਹੋਰ, ਇਸ ਤਰ੍ਹਾਂ ਨਹੀਂ ਗੱਲ ਬਣਨੀ। ਬਟ ਆਈ ਕੈਪਟ ਮਾਈ ਦੈਟ ਥਿੰਗ ਅਲਾਈਵ ਕਿ ਮੈਂ ਪ੍ਰੈਕਟਿਸ ਕਰਨੀ ਹੈ। ਤੇ ਮੈਂ ਸਾਰਾ ਕੁਝ ਐਜ਼ ਏ ਮਾਈਗ੍ਰੈਂਟ, ਹਰ ਕਿਸੇ ਨੂੰ ਸਾਰਾ ਕੁਝ ਕਰਨਾ ਪੈਂਦਾ, ਬਹੁਤ ਕੁਝ ਕੀਤਾ, ਬਟ ਮੈਂ ਆਪਣੀ ਪ੍ਰੈਕਟਿਸ ਆਯੁਰਵੇਦਾ ਨਹੀਂ ਛੱਡੀ। ਅਲਟੀਮੇਟਲੀ ਮੈਨੂੰ ਪਤਾ ਲੱਗਾ ਕਿ ਇੱਥੇ ਆਯੁਰਵੇਦਾ ਪ੍ਰੈਕਟਿਸ ਕਰਨ ਵਾਸਤੇ ਇੱਕ ਐਸੋਸੀਏਸ਼ਨ ਹੈ ਜਿਹੜੀ ਕਿ ਸਾਰੇ ਆਯੁਰਵੈਦਿਕ ਡਾਕਟਰਸ ਨੂੰ ਰਜਿਸਟਰ ਕਰਦੀ ਹੈ, ਤੇ ਉਸ ਐਸੋਸੀਏਸ਼ਨ ਦਾ ਨਾਮ ਹੈ ਆਸਟ੍ਰੇਲੀਅਨ ਐਸੋਸੀਏਸ਼ਨ ਆਫ ਆਯੁਰਵੇਦਾ। ਉਸ ਵੇਲੇ ਲੋਕਾਂ ਨੂੰ ਕੋਈ ਇੰਨੀ ਜ਼ਿਆਦਾ ਨੌਲੇਜ ਨਹੀਂ ਸੀ ਹੁੰਦੀ ਕਿ ਵੈਬਸਾਈਟ ਦੇ ਵਿੱਚ ਆਪਾਂ ਆਪਣੀ ਵੈਬਸਾਈਟ ਨੂੰ ਫਰੰਟ ਪੇਜ 'ਤੇ ਕਿਸ ਤਰ੍ਹਾਂ ਲਿਆਉਣਾ। ਸੋ ਮੈਨੂੰ ਲੋਕਾਂ ਨੇ ਦੱਸਿਆ ਕਿ ਉਹਦਾ ਮੈਂਬਰ ਬਣੋ। ਮੈਂ ਉਹਦੇ ਮੈਂਬਰ ਬਣਨ ਲਈ ਜਦੋਂ ਵੀ ਮੈਂ ਵੈਬਸਾਈਟ ਲੱਭਣ ਦੀ ਕੋਸ਼ਿਸ਼ ਕਰਨੀ, ਉਹਦਾ ਨਾਂ ਸੀ AAA ਯੂਜ਼ ਕਰਦੇ ਸੀਗੇ। AAA ਪਾਣਾ ਕੁਛ ਆਉਣਾ ਨਹੀਂ, ਆਟੋਮੋਟਿਵ ਇੰਡਸਟਰੀ ਆਸਟ੍ਰੇਲੀਆ ਆ ਜਾਣਾ, ਕੁਛ ਆ ਜਾਣਾ। ਤੋ ਘੱਟੋ ਘੱਟ 6 ਮਹੀਨੇ ਮੇਰੇ ਵੇਸਟ ਹੋ ਗਏ। ਫਿਰ ਅਲਟੀਮੇਟਲੀ ਮੈਨੂੰ ਪਤਾ ਲੱਗਾ ਕਿ ਇਹਦਾ ਅਸਲੀ ਨਾਂ ਹੈਗਾ ਆਸਟ੍ਰੇਲੀਅਨ ਐਸੋਸੀਏਸ਼ਨ ਆਫ ਆਯੁਰਵੇਦਾ। ਫਿਰ ਮੈਂ ਉਸ ਐਸੋਸੀਏਸ਼ਨ ਨਾਲ ਰਜਿਸਟਰ ਹੋਇਆ, ਤੇ ਉਹਨਾਂ ਦਿਨਾਂ ਦੇ ਵਿੱਚ ਕੋਈ ਸਾਨੂੰ ਕੁਆਲੀਫਿਕੇਸ਼ਨ ਨੂੰ ਅਸੈਸ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਹੁੰਦੀ। ਬਟ ਅੱਜ ਦੀ ਡੇਟ 'ਚ ਆਪਾਂ ਇਹ ਨੋਰਮ ਬਣਾ ਦਿੱਤੇ ਗਏ ਨੇ, ਕਿਉਂਕਿ ਵੈਟ ਅਸੈਸ ਬੋਡੀ ਜਿਹੜੀ ਕਿ ਇਹਨਾਂ ਨੂੰ ਚੈੱਕ ਕਰਦੀ ਸਾਰੀ ਕੁਆਲੀਫਿਕੇਸ਼ਨ ਦੇ, ਕੁਆਲੀਫਿਕੇਸ਼ਨ ਦਾ ਰਜਿਸਟ੍ਰੇਸ਼ਨ ਦਿੰਦੀ ਹੈ। ਉਸ ਤੋਂ ਬਾਅਦ ਫਿਰ ਉਹ ਬੰਦਾ ਐਸੋਸੀਏਸ਼ਨ ਲਈ ਅਪਲਾਈ ਕਰਦਾ, ਦੈਨ ਵੀ ਗਿਵ ਇਸ਼ੂ ਦਾ ਪ੍ਰੋਵੀਜ਼ਨਲ ਨੰਬਰ। ਉਸ ਪ੍ਰੋਵੀਜ਼ਨਲ ਨੰਬਰ ਲੈਣ ਤੋਂ ਬਾਅਦ
ਉਸ ਡਾਕਟਰ ਨੂੰ ਜਿਹੜਾ ਵਾ ਇੱਕ ਐਲੀਜੀਬਿਲਿਟੀ ਮਿਲ ਜਾਂਦੀ ਹੈ ਪ੍ਰਾਈਵੇਟ ਹੈਲਥ ਫੰਡ ਲੈਣ ਲਈ ਜਾਂ ਪ੍ਰਾਈਵੇਟ ਪਬਲਿਕ ਐਂਡ ਪ੍ਰੋਫੈਸ਼ਨਲ ਇੰਡੈਮਨਿਟੀ ਇੰਸ਼ੋਰੈਂਸ ਲੈਣ ਲਈ। ਸੋ ਵੀ ਹੈਵ ਸਮ ਰੂਲਸ ਐਂਡ ਰੈਗੂਲੇਸ਼ਨ ਟੂ ਐਂਟਰ ਇਨਟੂ ਦ ਐਸੋਸੀਏਸ਼ਨ। ਉਹ ਬੰਦਾ ਸਾਰੇ ਫੋਲੋ ਕਰਦਾ ਹੈ। ਉਸ ਤੋਂ ਬਾਅਦ ਹੀ ਇਜ਼ ਅਲਾਊਡ ਟੂ ਡੂ ਆਲ ਦ ਪ੍ਰੈਕਟਿਸ। ਤੇ ਉਸ ਐਸੋਸੀਏਸ਼ਨ ਨੂੰ ਜਿਹਨੂੰ ਲੱਭਣ ਲਈ ਮੈਨੂੰ 2-2.5 ਸਾਲ ਲੱਗ ਗਏ ਜਿਹ 'ਚ ਐਂਟਰ ਹੋਣ ਲਈ। ਅੱਜ ਮੈਂ ਉਸ ਐਸੋਸੀਏਸ਼ਨ ਨੂੰ, ਬੜੇ ਫਖਰ ਦੀ ਗੱਲ ਹੈ ਕਿ ਪੰਜਾਬੀ ਹੋਣ ਦੇ ਨਾਤੇ ਮੈਂ ਉਸ ਐਸੋਸੀਏਸ਼ਨ ਨੂੰ ਲੀਡ ਕਰ ਰਿਹਾ। ਮੈਂ ਉਹਦਾ ਪ੍ਰੈਜ਼ੀਡੈਂਟ ਹਾਂ ਪਿਛਲੇ 1 ਸਾਲ ਤੋਂ, ਤੇ ਉਸ ਤੋਂ ਪਹਿਲਾਂ 4 ਸਾਲ ਮੈਂ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ, ਤੇ 2 ਸਾਲ ਮੈਂ ਉਸ ਐਸੋਸੀਏਸ਼ਨ ਦਾ ਨਿਊ ਸਾਊਥ ਵੇਲਸ ਦਾ ਸਟੇਟ ਰਿਪਰੈਜ਼ੈਂਟੇਟਿਵ ਵੀ ਰਿਹਾ। ਸਾਡੀ ਐਸੋਸੀਏਸ਼ਨ ਦੇ ਕੁੱਲ ਕੋਈ 200 ਦੇ ਕਰੀਬ ਆਯੁਰਵੈਦਿਕ ਡਾਕਟਰ ਜਿਹੜੇ ਰਜਿਸਟਰ ਨੇ, ਜਿਹੜੇ ਥਰੂ ਆਊਟ ਆਸਟ੍ਰੇਲੀਆ ਪ੍ਰੈਕਟਿਸ ਕਰਦੇ ਨੇ। ਉਸ ਤੋਂ ਬਾਅਦ ਜਿਹੜੇ ਲੋਕ ਇੱਥੇ ਸਟੱਡੀ ਕਰਦੇ ਨੇ ਉਹਨਾਂ ਦੀ ਕੁਆਲੀਫਿਕੇਸ਼ਨ ਡਿਪਲੋਮਾ ਜਾਂ ਐਡਵਾਂਸ ਡਿਪਲੋਮਾ, ਜਿਹੜਾ ਐਡਵਾਂਸ ਡਿਪਲੋਮਾ ਆਯੁਰਵੇਦਾ ਦਾ ਕਰਦਾ ਉਹਨੂੰ ਫੁੱਲੀ ਪ੍ਰੈਕਟਿਸ ਕਰਨ ਲਈ ਆਪਾਂ ਆਥੋਰਾਈਜ਼ ਦਿੰਦੇ ਹਾਂ। ਤੇ ਜਿਹੜਾ ਬੰਦਾ ਲਾਈਫ ਸਟਾਈਲ ਕੰਸਲਟੈਂਟ ਬਣ ਜਾਂਦਾ, ਜਿਹੜਾ ਕਿ ਓਨਲੀ ਡਿਪਲੋਮਾ ਕਰਦਾ, ਜਿਹੜਾ ਐਡਵਾਂਸ ਡਿਪਲੋਮਾ ਨਹੀਂ ਕਰਦਾ। ਦੇਰ ਆਰ ਲੋਟ ਆਫ ਸਟੂਡੈਂਟ ਮੈਂਬਰ, ਜਨਰਲ ਮੈਂਬਰ ਜਿਹੜੇ ਆ ਉਹ ਵੀ ਸਾਡੇ ਨਾਲ ਨੇ। ਤੇ ਅਸੀਂ ਇੱਕ ਫਖਰ ਦੀ ਗੱਲ ਇਹ ਹੈ ਕਿ ਆਯੁਰਵੇਦਾ ਜਿਹੜਾ ਵਾ ਆਸਟ੍ਰੇਲੀਆ ਨਹੀਂ ਪੂਰੇ ਵਰਲਡ ਦੇ ਵਿੱਚ ਬਹੁਤ ਤਰੱਕੀ ਕਰ ਰਿਹਾ। ਜਦੋਂ ਮੈਂ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਸੀ ਅੱਜ ਤੋਂ 7 ਸਾਲ ਪਹਿਲਾਂ, ਮੈਂ ਪੀਟਰਸ਼ੈਮ 'ਚ ਇੱਕ ਸੈਂਟਰ ਖੋਲ੍ਹਿਆ ਸੀਗਾ ਜੀ, ਜਿਹੜਾ ਕਿ ਮੇਨ ਸਿਟੀ 'ਚ ਆ। ਤੇ ਉਹ ਮੈਂ ਇਹ ਸੋਚ ਕੇ ਖੋਲ੍ਹਿਆ ਸੀਗਾ ਕਿ ਇੰਡੀਅਨਸ ਆਰ ਨਾਟ ਮੱਚ ਅਵੇਅਰ, ਕਿ ਇੰਡੀਅਨ ਬਹੁਤ ਘੱਟ ਆਉਂਦੇ ਨੇ। ਤੇ ਕਿਉਂਕਿ ਉਹ ਇੱਕ ਉਹਦੀ ਵੀ ਆਪਣੀ ਇੱਕ ਥਿਊਰੀ ਹੈ, ਬਿਕੋਜ਼ ਜ਼ਿਆਦਾ ਲੋਕ ਜਿਹੜੇ ਆਉਣੇ ਸ਼ੁਰੂ ਹੋਏ ਅੱਜ ਤੋਂ 15 ਸਾਲ ਪਹਿਲਾਂ ਆਸਟ੍ਰੇਲੀਆ 'ਚ ਆਉਣੇ ਸ਼ੁਰੂ ਹੋਏ। ਤੇ ਮਾਈਗ੍ਰੈਂਟ ਜਿਹੜੇ ਇਨੀਸ਼ੀਅਲੀ ਇਸ ਸਟੇਜ 'ਚ ਨਹੀਂ ਹੁੰਦੇ ਕਿ ਉਹ ਆਪਣੇ ਪਰਸਨਲ ਨੀਡ ਬਾਰੇ ਜ਼ਿਆਦਾ ਸੋਚ ਸਕਣ, ਸਾਰਿਆਂ ਨੂੰ ਕਰੀਅਰ ਦਾ ਜ਼ਿਆਦਾ ਹੁੰਦਾ। ਤੇ ਉਹ ਫੇਸ 'ਚ ਹੁਣ ਸਾਰੇ ਇੰਡੀਅਨ ਨਿਕਲ ਚੁੱਕੇ ਨੇ। ਜਦੋਂ ਮੈਂ ਸਟਾਰਟ ਕੀਤੀ ਸੀ ਪ੍ਰੈਕਟਿਸ, ਮੈਂ ਸਿਟੀ 'ਚ ਜਾ ਕੇ ਸਟਾਰਟ ਕੀਤੀ ਕਿ ਨਹੀਂ ਯਾਰ ਇੰਡੀਅਨ ਤੇ ਬਹੁਤ ਘੱਟ ਆਉਣਗੇ ਤੇ ਮੈਂ ਸਰਵਾਈਵ ਕਿਸ ਤਰ੍ਹਾਂ ਕਰਾਂਗਾ। ਤੇ ਰਿਐਲਿਟੀ ਵੀ ਇਹੋ ਸੀਗੀ, 82% 90% ਮੇਰੇ ਕੋਲ ਜਿਹੜੇ ਆਸਟ੍ਰੇਲੀਅਨ ਜਾਂ ਯੂਰਪੀਅਨ ਕਲਾਇੰਟਸ ਆਉਂਦੇ ਸੀਗੇ। ਬਟ ਨਾਓ ਆਈ ਹੈਵ ਸਟਾਰਟਡ ਇਨ ਪੈਰਾਮੀਟਾ, ਤੇ ਸਿਨੈਰੀਓ ਟੋਟਲੀ ਡਿਫਰੈਂਟ ਹੈ। ਸਮ ਮੰਥ 100% ਇੰਡੀਅਨ ਕਲਾਇੰਟਸ ਹੁੰਦੇ ਨੇ। ਦੈਟ ਮੀਨ ਵੀ ਆਰ ਵੈਰੀ ਮੱਚ ਅਵੇਅਰ ਐਂਡ ਵੀ ਆਰ ਕਮਿੰਗ ਬੈਕ ਟੂ ਦਾ ਰੂਟਸ। ਇਹਦੇ ਵਿੱਚ ਸਾਡੇ ਇੰਡੀਅਨ ਗਵਰਨਮੈਂਟ ਨੇ ਵੀ ਥੋੜਾ ਪੋਟੈਂਸ਼ੀਅਲ ਦੇਖਿਆ। ਪੋਟੈਂਸ਼ੀਅਲ ਇਸ ਤਰ੍ਹਾਂ ਕਿ ਕੋਈ ਕੈਪਟ ਰਿਮਾਈਂਡਿੰਗ ਦੈਮ ਕਿ ਜੇ ਆਯੁਰਵੇਦਾ ਇੱਥੇ ਤਰੱਕੀ ਕਰੇਗਾ ਤੇ ਇੰਡੀਆ ਨੂੰ ਬਿਜ਼ਨਸ ਮਿਲੇਗਾ। ਅਲਟੀਮੇਟਲੀ ਸੋਰਸ ਆਫ ਹਰਬਸ ਤੇ ਇੰਡੀਆ ਹੀ ਹੈ ਨਾ। ਤੋ ਆਯੂਸ਼ ਮਿਨਿਸਟਰੀ ਨੇ ਰੈਕੋਗਨਾਈਜ਼ ਕੀਤਾ, ਦੇ ਆਰ ਹੈਲਪਿੰਗ ਅਸ ਸਲੋਲੀ। ਸ਼ਾਇਦ ਅੱਜ ਤੁਸੀਂ ਆਯੁਰਵੇਦਾ ਡੇ ਦੀ ਸੈਲੀਬ੍ਰੇਸ਼ਨ 'ਤੇ ਆਏ, ਤੁਸੀਂ ਦੇਖਿਆ ਹੋਵੇਗਾ ਕਿ ਇੱਕ ਸਾਡੇ ਡਿਪਟੀ ਮੇਅਰ ਸਮੀਰ ਪਾਂਡੇ ਨੇ ਦੱਸਿਆ ਕਿ ਆਯੁਰਵੇਦਾ ਚੇਅਰ ਵੀ ਆ ਰਹੀ ਹੈ। ਆਯੁਰਵੇਦਾ ਚੇਅਰ ਯੂਨੀਵਰਸਿਟੀ ਆਫ ਵੈਸਟਰਨ ਸਿਡਨੀ, ਜਿਹੜੀ ਇੱਕ ਬ੍ਰਾਂਚ ਹੈ ਨੈਸ਼ਨਲ ਇੰਸਟੀਚਿਊਟ ਆਫ ਕੰਪਲੀਮੈਂਟਰੀ ਮੈਡੀਸਨ ਵੈਸਟਮੇਡ 'ਚ, ਉਹ ਬਿਲਡਿੰਗ ਜਿਹੜੀ ਪੂਰੀ ਕੰਪਲੀਮੈਂਟਰੀ ਮੈਡੀਸਨ ਨੂੰ ਡੈਡੀਕੇਟ ਹੈ। ਉਹਦੇ ਵਿੱਚ ਆਯੁਰਵੇਦਾ ਚੇਅਰ ਐਸਟੈਬਲਿਸ਼ ਹੋ ਰਹੀ ਹੈ। MOU ਸਾਈਨ ਹੋ ਗਿਆ ਸੀ ਲਾਸਟ ਈਅਰ। ਡਿਊ ਟੂ ਕੋਵਿਡ ਇਹ ਸਾਰਾ ਟਾਈਮ ਜਿਹੜਾ ਲੱਗ ਗਿਆ ਕਿ ਉਹ ਚੇਅਰ ਇੱਥੇ ਆ ਨਹੀਂ ਸਕੀ। ਬਟ ਉਮੀਦ ਹੈ ਕਿ 1 ਜਾਂ 2 ਮਹੀਨੇ ਤੱਕ ਉਹ ਚੇਅਰ ਇੱਥੇ ਆ ਜਾਏਗੀ। ਫਿਰ ਵੀ ਵਿਲ ਪੁੱਟ ਪ੍ਰੈਸ਼ਰ ਕਿ ਆਪਾਂ ਆਯੁਰਵੇਦਾ ਦੀ ਡਿਗਰੀ ਇੱਥੇ ਸ਼ੁਰੂ ਕਰੀਏ। ਆਯੁਰਵੇਦਾ ਦੀ ਡਿਗਰੀ ਸ਼ੁਰੂ ਹੋ ਜਾਏਗੀ ਤੇ ਡੈਫੀਨੇਟਲੀ ਜਿਸ ਤਰ੍ਹਾਂ ਚਾਈਨੀਜ਼ ਮੈਡੀਸਨ ਮੇਨ ਸਟਰੀਮ 'ਚ ਆ, ਉਹ ਜਿਹੜਾ ਕਿ ਸਾਡਾ ਮੇਨ ਏਮ ਆ ਕਿ ਆਯੁਰਵੇਦਾ ਇੱਕ ਵਾਰੀ ਮੇਨ ਸਟਰੀਮ 'ਚ ਆ ਜਾਵੇ, ਮੈਡੀਕੇਅਰ ਦੇ ਨਾਲ ਕਨੈਕਟ ਹੋ ਜਾਏ। ਤੇ ਉਹ ਵੀ ਆਰ ਵਰਕਿੰਗ ਹਾਰਡ। ਤੇ ਤੁਹਾਡੇ ਵਰਗੇ ਬੰਦੇ ਜਰਨਲਿਸਟ ਜਿਹੜੇ ਕਿ ਇਹਨਾਂ ਚੀਜ਼ਾਂ ਨੂੰ ਕਵਰ ਕਰਦੇ ਨੇ ਟੂ ਰੀਚ ਟੂ ਦ ਮਾਸ, ਇਟ ਵਿਲ ਬੀ ਰੀਅਲੀ ਹੈਲਪਫੁਲ। ਥੈਂਕ ਯੂ। ਹਾਂਜੀ, ਥੈਂਕ ਯੂ ਸੋ ਮਚ ਡਾਕਟਰ ਨਵੀਨ ਸ਼ੁਕਲਾ। ਤੁਸੀਂ ਦੱਸਿਆ ਇੱਥੇ ਕਿਵੇਂ ਆ ਕੇ ਕੋਈ ਇਮੀਗ੍ਰੈਂਟ ਜਾਂ ਇੱਥੋਂ ਦਾ ਕੋਈ ਲੋਕਲ ਜਿਹਨੂੰ ਆਯੁਰਵੇਦਾ ਜਾਂ ਮੈਡੀਸਿਨ ਦੇ ਵਿੱਚ ਇੰਟਰਸਟ ਹੈ, ਉਹ ਕਿਵੇਂ ਆਪਣੀਆਂ ਜੜ੍ਹਾਂ ਇੱਥੇ ਮਜ਼ਬੂਤ ਕਰ ਸਕਦੇ ਨੇ। ਡਾਕਟਰ ਸਾਹਿਬ, ਅਗਲਾ ਕੁਐਸਚਨ ਸੀਗਾ ਕਿ ਤੁਸੀਂ ਦੱਸਿਆ ਕਿ ਹਰਬਸ, ਜਦੋਂ ਤੁਸੀਂ ਆਏ ਉਦੋਂ ਹਰਬਸ ਖਰੀਦਣਾ ਸ਼ੁਰੂ ਕੀਤਾ, ਉੱਥੋਂ ਤੁਸੀਂ ਆਪਣੀ ਜਰਨੀ ਸ਼ੁਰੂ ਕੀਤੀ। ਕਿੰਨਾ ਕੁ ਮੁਸ਼ਕਿਲ ਸੀਗਾ ਬਿਗਿਨਿੰਗ ਦੇ ਵਿੱਚ ਤੇ ਕਿੰਨਾ ਕੁ ਹੁਣ ਮੁਸ਼ਕਿਲ ਹੈ ਹਰਬਸ ਜਿਹੜੇ ਹੁੰਦੇ ਨੇ, ਜਿਹੜੇ ਆਯੁਰਵੇਦਾ ਹਰਬਸ ਹੁੰਦੇ ਨੇ, ਉਹਨਾਂ ਨੂੰ ਸੋਰਸ ਕਰਨਾ ਜਾਂ ਉਹਨਾਂ ਨੂੰ ਇੰਪੋਰਟ ਕਰਨਾ ਜਾਂ ਉਹਨਾਂ ਨੂੰ ਲੱਭਣਾ ਕਿੰਨਾ ਕੁ ਮੁਸ਼ਕਿਲ ਹੈ? ਕਿੱਥੋਂ ਤੁਸੀਂ ਲੱਭਦੇ ਹੋ ਐਂਡ ਕਿੱਥੇ ਮਤਲਬ ਕਿਹੜੀਆਂ ਕੋਈ ਹਿਡਨ ਮਾਰਕੀਟਸ ਨੇ? ਕਿਉਂਕਿ ਮੈਂ ਤਾਂ ਦੇਖੀਆਂ ਨਹੀਂ, ਤੁਸੀਂ ਦੱਸੋਗੇ ਕਿੱਥੋਂ ਸੋਰਸ ਹੁੰਦੀਆਂ ਨੇ, ਕਿੱਥੋਂ ਇੰਪੋਰਟ ਹੁੰਦੀਆਂ ਤੇ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ ਨੇ? ਹਾਂ, ਇਹ ਬੇਸਿਕਲੀ ਇਹ ਕੁਐਸਚਨ ਦਾ ਸਿੰਪਲ ਆਨਸਰ ਹੈ ਇਨਫੋਰਮੇਸ਼ਨ। ਤੋ ਅੱਜ ਦੀ ਡੇਟ 'ਚ ਇਨਫੋਰਮੇਸ਼ਨ ਕੋਈ ਵੀ ਕਲੈਕਟ ਕਰਨੀ ਇਟ ਇਜ਼ ਵੈਰੀ ਈਜ਼ੀ। ਗੂਗਲ ਬਾਬਾ ਜੋ ਜਾਓ ਸਾਰਾ ਕੁਝ ਮਿਲਦਾ। ਬਟ ਸਟਿਲ ਵੀ ਨੀਡ ਸਮ ਕੀਵਰਡ ਕਿ ਕਿਹੜੇ ਕੀਵਰਡ ਤੇ ਸਾਨੂੰ ਰਿਸਰਚ ਕਰਾਂਗੇ ਕਿ ਸਾਨੂੰ ਇਨਫੋਰਮੇਸ਼ਨ ਮਿਲੇਗੀ। ਬੈਕ ਜਦੋਂ 16-17 ਸਾਲ ਪਹਿਲਾਂ ਆਇਆ ਸੀਗਾ, ਕੋਈ ਵੀ ਮੈਡੀਸਨ ਕੰਪਨੀ ਜਿਹੜੀ ਆਸਟ੍ਰੇਲੀਅਨ ਮੇਡ ਨਹੀਂ ਸੀ ਮੈਨੂੰ ਮਿਲਦੀ ਹੁੰਦੀ, ਜਿਹੜੇ 'ਚ ਮੈਂ ਕਿ ਆਸਟ੍ਰੇਲੀਅਨ ਵੀ ਆਰ ਸੇਫ ਇਫ ਵੀ ਆਰ ਯੂਜ਼ਿੰਗ ਆਸਟ੍ਰੇਲੀਅਨ ਮੇਡ ਮੈਡੀਸਨ, ਹੈ ਨਾ। ਤੇ ਆਸਟ੍ਰੇਲੀਅਨ ਮੇਡ ਮੈਡੀਸਨ ਜਿਹੜੀ ਆ ਉਹਦੀ ਅਪਰੂਵਲ ਸਾਨੂੰ ਮਿਲਦੀ ਹੈ TGA ਕੋਲੋਂ। ਅੱਛਾ ਜੀ। TGA ਥੈਰੇਪਿਊਟਿਕ ਗੁੱਡ ਆਸਟ੍ਰੇਲੀਆ। ਥੈਰੇਪਿਊਟਿਕ ਗੁੱਡ ਆਸਟ੍ਰੇਲੀਆ ਜਿਹੜੀ ਕਿ ਆਸਟ੍ਰੇਲੀਆ 'ਚ ਸਾਰੀ ਜਿਹੜੀ ਕੰਪਲੀਮੈਂਟਰੀ ਮੈਡੀਸਨ ਨੂੰ ਕੰਟਰੋਲ ਕਰਦੀ ਹੈ। ਉਹ TGA ਦੇ ਵਿੱਚ ਜਿੰਨੇ ਵੀ ਆਯੁਰਵੈਦਿਕ ਹਰਬਸ ਨੇ ਸਾਰੇ ਲਿਸਟਡ ਨੇ। ਸਾਰੇ ਨਹੀਂ, ਮਤਲਬ ਜਿਹੜੇ ਉਹਦੇ 'ਚ ਲਿਸਟ ਹੈਗੇ ਨੇ ਆਪਾਂ ਉਹੀ ਯੂਜ਼ ਕਰ ਸਕਦੇ ਹਾਂ। ਵੀ ਆਰ ਓਨਲੀ ਆਥੋਰਾਈਜ਼ਡ ਟੂ ਯੂਜ਼ ਦੈਟ, ਬਿਕੋਜ਼ ਇਹ ਨਹੀਂ ਹੈਗਾ ਕਿ ਬਾਕੀ ਹਰਬਸ ਆਪਾਂ ਯੂਜ਼
ਕਿਉਂ ਨਹੀਂ ਕਰ ਸਕਦੇ? ਉਹ ਇਸ ਕਰਕੇ ਕਿ ਇਹ ਜਿਹੜੀਆਂ ਹਰਬਸ ਇੱਥੇ ਲਿਸਟਡ ਆ ਉਹਦੀ ਰਿਸਰਚ ਜਿਹੜੀ ਆ ਪ੍ਰੋਪਰ ਆਸਟ੍ਰੇਲੀਆ ਦੀ TGA ਦੀ ਲਿਸਟ ਵਿੱਚ ਸਬਮਿਟ ਹੋਈ ਹੈ ਤੇ ਉਹਦੀ ਸੇਫਟੀ ਹਿਊਮਨ ਜਿਹੜੇ ਆਰਗਨ ਤੇ ਹਰ ਤਰ੍ਹਾਂ ਦੀ ਸੇਫਟੀ ਉਹਦੇ ਸਾਰੇ ਸਟੈਂਡਰਡ ਸਭ ਦੱਸੇ ਗਏ ਨੇ। ਉਸ ਤੋਂ ਬਾਅਦ ਉਹੀ ਇੰਡੀਅਨ ਗਵਰਨਮੈਂਟ ਦੇ ਨਾਲ ਜ਼ੋਰ ਲਗਾ ਕੇ ਆਪਾਂ, ਕਿਉਂਕਿ ਇਟ ਇਜ਼ ਅ ਲੈਂਥੀ ਐਂਡ ਯੂ ਕੈਨ ਸੇ ਐਕਸਪੈਂਸਿਵ ਪ੍ਰੋਸੀਜਰ, ਇੱਕ ਹਬ ਨੂੰ ਅਪਰੂਵ ਕਰਾਉਣ ਲਈ ਬਾਰ-ਬਾਰ ਐਪਲੀਕੇਸ਼ਨ ਲਗਾਉਣੀ ਪੈਂਦੀ ਆ, ਹਰ ਵਾਰ ਐਪਲੀਕੇਸ਼ਨ ਦੀ ਫੀਸ, TGA ਕੰਸਲਟੈਂਟ ਦੀ ਫੀਸ, ਸੋ ਉਹ ਆਲ ਟੂਗੇਦਰ ਇੱਕ ਹਬ ਕਈ ਵਾਰੀ 20,000 30,000 ਤੱਕ ਵੀ ਟਾਸਕ ਹੈ। ਹਾਂ ਟਾਸਕ ਹੈ। ਤੇ ਇੱਕ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ, ਇੱਕ ਬੜੀ ਕਾਮਨਲੀ ਯੂਜ਼ ਕਰਨ ਵਾਲੀ, ਪੰਜਾਬ ਨਹੀਂ ਪੂਰੇ ਇੰਡੀਆ 'ਚ, ਨਿੰਮ, ਜਿਹੜੀ ਕਿ ਆਪਾਂ ਆਮ ਹੀ ਘਰਾਂ 'ਚ ਖਾਂਦੇ ਹਾਂ, ਸਪੈਸ਼ਲੀ ਜਦੋਂ ਹੋਲੀਆਂ ਦੇ ਦਿਨ ਹੁੰਦੇ ਨੇ, ਪੇਰੈਂਟਸ ਕਹਿੰਦੇ ਨੇ ਖਾਓ ਤੇ ਤੁਹਾਡੀ ਜਿਹੜੀ ਸਕਿਨ ਠੀਕ ਰਹੇਗੀ, ਪਰ ਆਪਾਂ ਆਸਟ੍ਰੇਲੀਆ ਵਿੱਚ ਨਿੰਮ ਪ੍ਰਿਸਕ੍ਰਾਈਬ ਨਹੀਂ ਕਰ ਸਕਦੇ। ਰੀਅਲੀ? ਯੈਸ, ਬਿਕੋਜ਼ ਨਿੰਮ ਜਿਹੜੀ ਹੈ TGA ਦੇ ਵਿੱਚ ਲਿਸਟ ਨਹੀਂ ਹੈਗੀ। ਜਿੰਨੀ ਦੇਰ ਤੱਕ TGA 'ਚ ਲਿਸਟ ਨਹੀਂ ਹੈਗੀ ਆਪਾਂ ਉਹਨੂੰ ਯੂਜ਼ ਨਹੀਂ ਕਰ ਸਕਦੇ। ਇਸ ਤਰ੍ਹਾਂ ਕੋਸ਼ਿਸ਼ ਕੀਤੀ TGA 'ਚ ਲਿਸਟ ਕਰਾਉਣ ਲਈ? ਹਾਂ, ਨਹੀਂ, ਉਹਦੇ ਵੀ ਕੋਈ ਇਸ ਤਰ੍ਹਾਂ ਹੈ ਕਿ ਜਿਹੜੀ ਨਿੰਮ ਜਿਹੜੀ ਆ ਵੈਸਟਰਨ ਆਸਟ੍ਰੇਲੀਆ, ਜਿੱਥੇ ਤੱਕ ਮੈਨੂੰ ਸਟੋਰੀ ਪਤਾ ਹੈ, ਉੱਥੇ ਇਹ ਲੋਕਲ ਵੀਡ ਨੂੰ ਵੀ ਕਿਲ ਕਰਦੀ ਜਦੋਂ ਨਿੰਮ ਉਗਾਉਂਦੇ। ਤੁਸੀਂ ਨਿੰਮ ਬੇਸਿਕਲੀ ਆਪਾਂ ਆਪਣੇ ਘਰਾਂ 'ਚ ਵੀ ਇੱਥੇ ਨਹੀਂ ਲਗਾ ਸਕਦੇ ਨਿੰਮ ਦਾ ਪੌਦਾ। ਇਟ ਇਜ਼ ਆਲਸੋ ਪ੍ਰੋਹਿਬਿਟਡ, ਵੀ ਕੈਨ ਗੈਟ ਫਾਈਨ ਕਿ ਜੇ ਆਪਾਂ ਨਿੰਮ ਦਾ ਪੌਦਾ ਆਪਣੇ ਘਰ ਦੇ ਵਿੱਚ ਲਗਾਵਾਂਗੇ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ, ਸਾਨੂੰ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਦੋਂ ਮਿਲਦੀ ਹੈ। ਅੱਜ ਦੀ ਡੇਟ 'ਚ ਚੰਗੀ ਗੱਲ ਇਹ ਹੈ ਕਿ ਬਹੁਤ ਸਾਰੀ ਆਯੁਰਵੈਦਿਕ ਕੰਪਨੀਆਂ ਨੇ ਜਿਹੜੇ ਇੰਡੀਅਨ ਕਲਾਸੀਕਲ ਮੈਡੀਸਨ ਦੇ ਫਾਰਮੂਲੇਸ਼ਨ ਨੂੰ ਬਣਾ ਰਹੀ ਨੇ ਇੱਥੇ। ਤੋ ਡੈਫੀਨੇਟਲੀ ਵੀ ਵਿਲ, ਜਿਹਨੂੰ ਕਹਿੰਦੇ ਨਾ ਆਪਾਂ, ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖ ਕੇ ਜਿਹੜੀਆਂ ਉਹਨਾਂ ਕੰਪਨੀਆਂ ਦੀ ਹੀ ਦਵਾਈ ਯੂਜ਼ ਕਰੀਦੀ ਆ, ਤਾਂ ਜੋ ਆਪਾਂ ਆਪਣੇ ਕਲਾਇੰਟ ਨੂੰ ਪ੍ਰੋਪਰ ਸੇਫ ਰੱਖ ਸਕੀਏ, ਜਿਹੜੇ TGA ਦੇ ਨਾਲ ਪੂਰੀ